हिंदुस्तान की हुकूमत दम रखती है पाकिस्तान के नौजवान ते गोली चलाने दी ते चला साडे गुरु नानक साहब के जन्म स्थान पाकिस्तान ते गोली। और इतिहास है सिख दा जिन्हें दरबार साहब ते हमला किया वो मुल्क भी नहीं कदी रहा। असी खुलेआम चैलेंज करते हैं कि असी तोड़ांगे हिंदुस्तान नूं। सियासी मैदान की हर बड़ी खबर से आगाह रहने के लिए हमारे चैनल आजाद सियासत को सब्सक्राइब करें और बेल आइकन को प्रेस करें। बिस्मिल्लाहिर्रहमानिर्रहीम। मैं हूं अजहर जावेद और आज एक्सक्लूसिव इंटरव्यू है और इंटरव्यू है उस शख्स का जो पूरी जंग के दौरान भारत के खिलाफ पाकिस्तान के साथ खड़ा रहा और डट के खड़ा रहा और उसने जो बात की उसने उसको निभाया। मतलब कि मेरा वो शख्स है जिसका नाम है गुरपतवंत सिंह पन्नू, सिख फॉर जस्टिस के वो रहनुमा है और पूरी दुनिया में अगर भारत किसी से सबसे ज्यादा खौफजदा है तो वो ये शख्स है और जो पूरी दुनिया में भारत के मकरू चेहरे को बेनकाब कर रहा है और खालिस्तान की आजादी के लिए दिन रात एक किए हुए है। सत श्री अकाल पन्नू जी ਤੁਹਾਨੂੰ। अजहर भाई थानू भी ते पाकिस्तान दे मेरे सारे भैनां ते भरावां ते अवाम ते सरकार ते फौज नूं वाहिगुरू जी का खालसा वाहिगुरू जी की फतेह। ਬਹੁਤ ਸ਼ੁਕਰੀਆ ਜੀ। ਅਸੀਂ ਤੇ ਇੱਕ ਤੇ ਪਾਕਿਸਤਾਨੀਆਂ ਵੱਲੋਂ ਤੁਹਾਡਾ ਬੜਾ ਧੰਨਵਾਦ ਕਿ ਤੁਸੀਂ ਪੂਰੀ ਇਸ ਸਾਰੇ ਮੁਸ਼ਕਲ ਟਾਈਮ 'ਚ ਪਾਕਿਸਤਾਨ ਨਾਲ ਖੜੇ ਹੋ ਤੇ ਤੁਹਾਡੀ ਆਪਣੀ ਆਵਾਜ਼ ਜਿਹੜੀ ਹੈ ਐਡੀ ਤਵਾਨਾ ਪਰ ਆਵਾਜ਼ ਹੈ। ਭਾਈ ਧੰਨਵਾਦ ਨਹੀਂ ਕਰਨਾ ਕਿਉਂਕਿ ਪਾਕਿਸਤਾਨ ਸਾਡੇ ਲਈ ਉਹ ਜਗ੍ਹਾ ਹੈ, ਉਹ ਮੁਲਕ ਹੈ ਜਿੱਥੇ ਸਾਡੇ ਗੁਰੂ ਨਾਨਕ ਸਾਹਿਬ ਦਾ ਜਨਮ ਸਥਾਨ ਹੈ, ਜਿੱਥੇ ਉਹਨਾਂ ਨੇ ਆਪਣਾ ਜੀਵਨ ਕੱਟਿਆ, ਜਿੱਥੇ ਉਹਨਾਂ ਨੇ ਦੁਨੀਆ ਨੂੰ ਇਹ ਦੱਸਿਆ ਕਿ ਬੇਇਨਸਾਫੀ ਦੇ ਖਿਲਾਫ ਤੁਸੀਂ ਸਿੱਖੋ, ਆਵਾਜ਼ ਚੱਕਣੀ ਹੈ। ਪਹਿਲਾ ਫਲਸਫਾ ਜੇ ਤੁਸੀਂ ਗੁਰੂ ਨਾਨਕ ਸਾਹਿਬ ਦਾ ਵੇਖੋਗੇ ਤੇ ਉਹਨਾਂ ਨੇ ਕਿਹਾ ਸੀ ਜਿੱਥੇ ਬੇਇਨਸਾਫੀ ਹੋ ਰਹੀ ਹੈ, ਜੇ ਤੁਸੀਂ ਟੈਂਕ ਤੋਪ ਨਹੀਂ ਚਲਾ ਸਕਦੇ ਤਾਂ ਆਵਾਜ਼ ਚੁੱਕਣੀ ਹੈ। ਇਹ ਵੀ ਉਹਨਾਂ ਦਾ ਫਲਸਫਾ ਸਿੱਖ ਦਾ ਕਿ ਜਿੱਥੇ ਜ਼ੁਲਮ ਕਰਨ ਵਾਲਾ ਜ਼ਾਲਮ ਕਹਾਉਂਦਾ ਹੈ ਤੇ ਜੇ ਤੁਸੀਂ ਜ਼ੁਲਮ ਸਹੋਗੇ ਤੇ ਤੁਸੀਂ ਉਸ ਤੋਂ ਵੀ ਮਾੜੇ ਕਹਾਓਗੇ। ਸੋ ਉਸੇ ਫਲਸਫੇ ਦੇ ਉੱਤੇ ਅਸੀਂ ਹਮੇਸ਼ਾ ਪਾਕਿਸਤਾਨ ਦੇ ਨਾਲ ਖੜੇ ਹਾਂ। ਇਹ ਅਸੀਂ ਅਰਦਾਸ ਕੀਤੀ ਹੋਈ ਹੈ ਔਰ ਮੈਂ ਪਹਿਲਾਂ ਵੀ ਗੁਜ਼ਾਰਿਸ਼ ਕੀਤੀ ਸੀ, ਇਹ ਇਕੱਲਾ ਗੱਲਾਂ ਦੇ ਨਾਲ ਨਹੀਂ ਹੈ, ਅਸੀਂ ਕਰਕੇ ਵਿਖਾਇਆ ਔਰ ਕਰਕੇ ਵਿਖਾਵਾਂਗੇ। ਹੁਣ ਸਾਰਿਆਂ ਤੋਂ ਪਹਿਲੇ ਗੱਲ, ਮੋਦੀ ਨੇ ਇੱਕ ਧਮਕੀ ਦਿੱਤੀ ਹੈ ਹੋਰ। ਉਹਨੇ ਕਿਹਾ ਕਿ ਮੈਂ ਪਾਕਿਸਤਾਨੀ ਨੌਜਵਾਨਾਂ ਨੂੰ ਗੋਲੀ ਮਾਰਾਂਗਾ। ਕੀ ਕਹਿਣਾ ਚਾਹੁੰਦੇ ਹੋ ਇਸ ਖੁੱਲੀ ਦਹਿਸ਼ਤਗਰਦੀ ਦੇ ਬਾਰੇ 'ਚ? ਦੇਖੋ, ਜਿਹੜੀ ਮੋਦੀ ਨੇ ਗੱਲ ਕਹੀ ਹੈ ਕਿ ਤੁਸੀਂ ਜੋ ਦਾ ਵੀ ਉਹ ਜੁਮਲਾ ਬੋਲਦਾ ਵਾ, ਹਿੰਦੀ ਜਿਹੜੀ ਬੋਲਦਾ ਕਿ ਤੁਸੀਂ ਰੋਟੀ ਖਾਓ ਨਹੀਂ ਤਾਂ ਮੇਰੀ ਗੋਲੀ ਤਾਂ ਹੈ ਹੀ ਹੈ। ਇਸ ਦਾ ਮਤਲਬ ਹੈ ਕਿ ਜੇ ਇਹਨੂੰ ਆਪਾਂ ਦੇਖੀਏ ਵੀ ਇਹਦੇ ਪਿੱਛੇ ਕਹਿਣ ਦਾ ਕਾਰਨ ਕੀ ਹੈ। ਜੇ ਅੱਜ ਪਾਕਿਸਤਾਨ ਜੰਗ ਦੇ ਵਿੱਚ ਫਤਿਹ ਹੁੰਦਾ ਹੈ ਨਾ ਤੇ ਹੋਇਆ, ਉਹਦੇ ਪਿੱਛੇ ਅਫਕੋਰਸ ਉਹਦੇ ਪਿੱਛੇ ਅੱਲਾ ਦੀ ਬਖਸ਼ਿਸ਼ ਹੈ, ਗੁਰੂ ਦਾ ਹੱਥ ਹੈ। ਪਰ ਪਾਕਿਸਤਾਨ ਦਾ ਆਵਾਮ ਤੇ ਪਾਕਿਸਤਾਨ ਦਾ ਯੂਥ, ਚਾਹੇ ਉੱਥੇ ਦਾ ਮੁੰਡਾ ਹੈ, ਚਾਹੇ ਸਾਡੀਆਂ ਭੈਣਾਂ, ਚਾਹੇ ਸਾਡੀਆਂ ਮਾਵਾਂ, ਚਾਹੇ ਕੋਈ ਵੀ ਹੈ, ਉਹ ਖਲੋਤਾ ਹੈ ਤੇ ਪਾਕਿਸਤਾਨ ਦੀ ਫੌਜ ਦੀ ਫਤਿਹ ਹੋਈ ਹੈ। ਉਸ ਦਾ ਕਹਿਣ ਦਾ ਮਤਲਬ ਹੈ ਵੀ ਪਹਿਲਾ ਹਮਲਾ ਅਸੀਂ ਤੁਹਾਡੇ ਧਰਮ ਤੇ ਕੀਤਾ ਸੀ, ਮਸਜਿਦਾਂ ਤੇ ਮਦਰਸਿਆਂ ਤੇ ਕੀਤਾ ਸੀ। ਹੁਣ ਜਿਹੜਾ ਅਸੀਂ ਅਗਲਾ ਹਮਲਾ ਕਰਾਂਗੇ ਉਹ ਅਸੀਂ ਤੁਹਾਡੇ ਨੌਜਵਾਨ ਮਾਰਾਂਗੇ। ਦੇ ਆਰ ਪਲੈਨਿੰਗ ਟੂ ਸਲੌਟਰ ਦੀ ਪੀਪਲ ਆਫ ਪੰਜਾਬ, ਪੀਪਲ ਆਫ ਪਾਕਿਸਤਾਨ। ਇਹ ਉਹਨਾਂ ਨੇ ਤੁਹਾਨੂੰ ਖੁੱਲ੍ਹੇਆਮ ਧਮਕੀ ਨਹੀਂ ਦਿੱਤੀ, ਦੱਸ ਦਿੱਤਾ। ਪਰ ਮੇਰਾ ਜਵਾਬ ਹੈ ਨਰਿੰਦਰ ਮੋਦੀ ਨੂੰ, ਤੁਹਾਡੇ ਚੈਨਲ ਰਾਹੀਂ ਇਹ ਤੁਸੀਂ ਪਹੁੰਚਾ ਦਿਓ ਕਿ ਵੀ ਭਾਈ, ਜੇ ਤੁਸੀਂ ਵਾਕਿਆ ਹੀ ਆਪਣੇ ਆਪ ਨੂੰ ਬਹਾਦਰ ਕੌਮ ਸਮਝਦੇ ਹੋ, ਵੈਸੇ ਤਾਂ ਇਹ ਹਿੰਦੂਤਵਾ ਅੱਤਵਾਦੀ ਉਹ ਹੈ ਜਿਹੜੇ ਭੀੜ ਦੇ ਵਿੱਚ ਰਲ ਕੇ ਤੁਹਾਨੂੰ ਮਾਰਦੇ ਆ, ਪਿੱਠ ਦੇ ਵਿੱਚ ਛੁਰੀ ਮਾਰਦੇ ਆ ਔਰ ਤੁਹਾਡੇ ਧਾਰਮਿਕ ਸਥਾਨਾਂ ਤੇ ਹਮਲਾ ਕਰਕੇ ਬੱਚੇ ਤੇ ਜ਼ਨਾਨੀਆਂ ਨੂੰ ਮਾਰਦੇ ਆ। ਉਹਨੂੰ ਮੈਂ ਕਹਿਣਾ ਚਾਹੁੰਦਾ, ਜੇ ਭਾਰਤ ਦੀ ਹੁਕੂਮਤ, ਹਿੰਦੁਸਤਾਨ ਦੀ ਹੁਕੂਮਤ ਦਮ ਰੱਖਦੀ ਹੈ ਪਾਕਿਸਤਾਨ ਦੇ ਨੌਜਵਾਨ ਤੇ ਗੋਲੀ ਚਲਾਉਣ ਦੀ, ਤਾਂ ਜੇ ਤੁਸੀਂ ਵਾਕਿਆ ਹੀ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਵੱਡੀ ਪਾਵਰਫੁਲ ਤੁਸੀਂ ਡੈਮੋਕ੍ਰੇਸੀ ਜਾਂ ਤੁਸੀਂ ਆਪਣੇ ਆਪ ਨੂੰ ਮੁਲਕ ਸਮਝਦੇ ਹੋ ਤੇ ਜਾ ਪੰਜਾਬ ਵਿੱਚੋਂ ਨਿਕਲ ਕੇ ਆ ਜਾ, ਸਾਡੇ ਸਾਹਮਣੇ ਨਿਕਲ ਕੇ ਆ ਜਾ ਪੰਜਾਬ ਦੇ ਵਿੱਚੋਂ ਤੇ ਚਲਾ ਸਾਡੇ ਗੁਰੂ ਨਾਨਕ ਸਾਹਿਬ ਦੇ ਜਨਮ ਸਥਾਨ ਪਾਕਿਸਤਾਨ ਤੇ ਗੋਲੀ ਚਲਾ ਕੇ ਵਿਖਾ। ਜੇ ਤੈਨੂੰ ਅਸੀਂ ਤੇਰੀ ਛਾਤੀਆਂ ਦੇ ਵਿੱਚ ਪਿੱਤਲ ਨਾ ਭਰਤਾ, ਜੇ ਤੇ ਅਸੀਂ ਹਿੰਦੁਸਤਾਨ ਦੀ ਜਿਹੜੀ ਫੌਜ ਹੈ ਉਹਦੀਆਂ ਲਾਸ਼ਾਂ ਅਸੀਂ ਬਾਰਡਰ ਤੇ ਨਾ ਸੁੱਟਤੀਆਂ ਤੇ ਅਸੀਂ ਵੀ ਆਪਣੀ ਗੁਰੂ ਦੇ ਸਿੱਖ ਨਹੀਂ ਗਏ। ਇਹ ਮੇਰਾ ਚੈਲੰਜ ਹੈ ਖੁੱਲਾ ਮੋਦੀ ਨੂੰ, ਆ ਜਾ ਪੰਜਾਬ ਚੋਂ ਲੰਘ ਕੇ ਚਲਾ ਗੋਲੀ ਫਿਰ।
ਉਹਨੂੰ ਤੇ ਪੰਜਾਬ ਉਂਝ ਹੀ ਨਹੀਂ ਸੰਭਾਲਿਆ ਜਾ ਰਿਹਾ। ਜਿਹੜੀਆਂ ਇਤਲਾਤ ਮਿਲ ਰਹੀਆਂ ਉਹਦੇ ਵਿੱਚ ਤੇ ਸਿੱਖ ਨੌਜਵਾਨ ਨੇ ਜਿਹੜੇ ਭਾਰਤੀ ਫੌਜ ਵਿੱਚ, ਉਹ ਤੇ ਖੜੇ ਹੋ ਉਹਨਾਂ ਦਾ ਲੜਨ ਤੋਂ ਇਨਕਾਰ ਕਰਤਾ। ਕੀ ਇਤਲਾਹ ਤੁਹਾਡੇ ਕੋਲ? ਉਹਦੇ ਚ ਇਦਾਂ ਹੋਇਆ ਜੀ, ਜਦੋਂ ਦਾ ਆਪਾਂ ਨੇ ਪਾਕਿਸਤਾਨ ਦੇ ਉੱਤੇ ਇਹਨਾਂ ਨੇ ਹਮਲਾ ਕਰਨ ਦੀ ਕੀਤੀ ਸੀ ਗੱਲ, ਪਹਿਲੇ ਹਮਲੇ ਦੀ, ਤੇ ਅਸੀਂ ਸੁਨੇਹਾ ਲਾਇਆ ਹੋਇਆ ਪੂਰੇ ਸਿੱਖ ਫੌਜੀਆਂ ਨੂੰ, ਚਾਹੇ ਉਹ ਪੰਜਾਬ ਦੇ ਹੈ, ਹਰਿਆਣੇ ਦੇ, ਰਾਜਸਥਾਨ ਦੇ ਹੈ। ਅਸੀਂ ਉਹਨਾਂ ਨੂੰ ਸੁਨੇਹਾ ਲਾਇਆ ਕਿ ਤੁਸੀਂ ਪਾਕਿਸਤਾਨ ਦੇ ਖਿਲਾਫ ਹਥਿਆਰ ਨਹੀਂ ਚੁੱਕਣਾ। ਔਰ ਜਿਹੜੀ ਖਬਰ ਸਾਹਮਣੇ ਆਈ ਹੈ ਆਫੀਸ਼ੀਅਲ ਤੌਰ ਤੇ, ਉਹਦੇ ਚੋਂ 18 ਤੋਂ ਲੈ ਕੇ 30 ਨੌਜਵਾਨ ਸਿੱਖ ਫੌਜੀ ਉਹ ਹੈ ਜਿਨ੍ਹਾਂ ਨੂੰ ਉਹਨਾਂ ਨੇ, ਜਿਹੜੇ ਉਹਨਾਂ ਦੇ ਜੱਜ, ਅਕਾਊਂਟੈਂਟ ਜਨਰਲ ਜਿਹੜਾ ਹੈ, ਮਿਲਟਰੀ ਪੁਲਿਸ ਜਿਹੜੀ ਹੁੰਦੀ ਹੈ, ਉਹਨਾਂ ਨੇ ਇਨਵੈਸਟੀਗੇਸ਼ਨ ਕੀਤਾ, ਉਹਨਾਂ ਨੂੰ ਉਹਨਾਂ ਨੇ ਸਸਪੈਂਡ ਕੀਤਾ ਤੇ ਅੰਡਰ ਇਨਵੈਸਟੀਗੇਸ਼ਨ ਹੈ, ਤੇ ਉਹਨਾਂ ਦਾ ਕੋਰਟ ਮਾਰਸ਼ਲ ਹੋ ਸਕਦਾ। ਔਰ ਦੂਜੇ ਪਾਸੇ ਸਾਡੇ ਕੋਲ ਸੈਂਕੜੇ ਸਿੱਖ ਫੌਜੀਆਂ ਦਾ ਸੁਨੇਹਾ ਹੈ ਕਿ ਜੇ ਅਸੀਂ ਹਥਿਆਰਬੰਦ ਹੋ ਕੇ ਪਾਕਿਸਤਾਨ ਦੇ ਨਾਲ ਰਲਦੇ ਹਾਂ, ਕੀ ਪਾਕਿਸਤਾਨ ਦੀ ਫੌਜ ਤੇ ਸਰਕਾਰ ਤਿਆਰ ਹੈ ਪੰਜਾਬ ਨੂੰ ਭਾਰਤ ਦੇ ਕਬਜ਼ੇ ਚੋਂ ਆਜ਼ਾਦ ਕਰਾਉਣ ਵਾਸਤੇ ਫੌਜੀ ਮਦਦ ਦੇ ਲਈ? ਸੋ ਇਹ ਹੁਣ ਸਵਾਲ ਤੁਸੀਂ ਆਪਣੀ ਪਾਕਿਸਤਾਨ ਦੀ ਸਰਕਾਰ ਤੇ ਫੌਜ ਤੋਂ ਪੁੱਛਣਾ ਹੈ। ਆਵਾਮ ਦੀ ਮੈਂ ਜ਼ਿੰਮੇਵਾਰੀ ਲੈ ਸਕਾਂ ਕਿ ਪਾਕਿਸਤਾਨ ਦਾ ਆਵਾਮ, ਸਾਡੀਆਂ ਭੈਣਾਂ ਤੇ ਭਰਾ, ਉਹ ਤਿਆਰ ਹੈ ਕਿ ਜਿਹੜਾ ਪੰਜਾਬ ਹੈ ਭਾਰਤ ਦੇ ਕਬਜ਼ੇ ਚੋਂ ਉਹ ਆਜ਼ਾਦ ਹੋਵੇ, ਚਾਹੇ ਉਹਦੇ ਲਈ ਫੌਜ ਭੇਜਣੀ ਪਵੇ। ਪਿਛਲੇ 1 ਮਹੀਨੇ 'ਚ ਜਦੋਂ ਦਾ ਤੁਸੀਂ ਓਪਨਲੀ ਸਾਹਮਣੇ ਆ ਕੇ ਗੱਲ ਕਰ ਰਹੇ ਹੋ, ਪਾਕਿਸਤਾਨੀ ਪੰਜਾਬ 'ਚ ਤੇ ਲੋਕ ਤੁਹਾਨੂੰ ਬਹੁਤ ਸੁਣਦੇ ਪਏ ਨੇ ਤੇ ਬੜਾ ਮੰਨਦੇ ਵੀ ਪਏ ਨੇ, ਤੇ ਤੁਹਾਨੂੰ ਬੜਾ ਉਹ ਕਹਿ ਰਹੇ ਨੇ ਕਿ ਜਿਸ ਤਰ੍ਹਾਂ ਦੀ ਤੁਸੀਂ ਗੱਲ ਕਰਦੇ ਪਏ ਹੋ ਤੇ ਕੋਈ ਅੱਜ ਤੱਕ ਨਹੀਂ ਕੀਤੀ ਕਿਸੇ ਨੇ। ਤੇ ਇਹ ਜਿਹੜਾ ਭਾਰਤੀ ਪੰਜਾਬ ਵੱਲੋਂ ਸਾਡੇ ਸਿੱਖ ਭੈਣ ਭਰਾ ਨੇ, ਉਹਨਾਂ ਦਾ ਮੈਸੇਜ ਕੀ ਹੈ ਤੁਹਾਡੇ ਥਰੂ ਪਾਕਿਸਤਾਨੀਆਂ ਨੂੰ? ਦੇਖੋ, ਉਹਦੇ ਚ ਇਦਾਂ ਹੁੰਦਾ ਨਾ ਕਿ ਜਿੰਨੇ ਵਾਰੀ ਵੀ ਇਹ ਆਜ਼ਾਦੀ ਦੀਆਂ ਤਾਰੀਖਾਂ ਚੱਲਦੀਆਂ, ਔਰ ਮੈਨੂੰ ਇਹ ਕਹਿਣ 'ਚ ਕੋਈ ਹਰਜ਼ ਨਹੀਂਗਾ ਕਿ ਜਿੰਨੀ ਵਾਰੀ ਵੀ ਆਜ਼ਾਦੀ ਦੀ ਤਰੀਕ ਚੱਲਦੀ ਹੈ, ਆਵਾਮ ਜਿਹੜਾ ਹੈ, ਪੰਥ ਜਿਹੜਾ ਹੈ, ਪੰਜਾਬ ਜਿਹੜਾ ਹੈ, ਉਹ ਹਮੇਸ਼ਾ ਖਲੋਂਦਾ। ਉਹਨੇ ਆਪਣੇ ਬੱਚੇ ਦਿੱਤੇ ਆ ਸ਼ਹਾਦਤਾਂ ਦੇ ਲਈ। ਤੁਹਾਨੂੰ ਯਾਦ ਹੈ ਕਿ 41ਵਾਂ ਵਰ੍ਹਾ ਸਾਡਾ ਜੂਨ ਦਾ ਆਉਣ ਵਾਲਾ ਹੈ। 6 ਜੂਨ ਨੂੰ ਦਰਬਾਰ ਸਾਹਿਬ ਦੇ ਉੱਤੇ ਜਿੱਦਣ ਭਾਰਤੀ ਫੌਜਾਂ ਚੜ ਕੇ ਆ ਗਈਆਂ, ਜਿੱਦਣ 70,000 ਦੀ ਫੌਜ ਨੇ ਸਾਡਾ ਗੁਰਦੁਆਰਾ ਦਰਬਾਰ ਸਾਹਿਬ ਘੇਰ ਲਿਆ, ਅਕਾਲ ਤਖਤ ਸਾਹਿਬ ਦੇ ਉੱਤੇ ਹੈਲੀਕਾਪਟਰ ਆਦਮਪੁਰ ਤੋਂ ਚੱਲੇ ਐ, ਜਿੱਥੇ ਤੁਹਾਡੇ ਤੇ ਹਮਲਾ ਕਰਨ ਵਾਸਤੇ ਚੱਲੇ ਸੀ, ਉਹਨਾਂ ਨੇ ਬੰਬਾਰੀ ਕੀਤੀ ਅਕਾਲ ਤਖਤ ਸਾਹਿਬ ਤੇ ਉਸ ਦਿਨ ਸਾਡੇ ਛੋਟੇ ਛੋਟੇ ਬੱਚੇ, ਸਾਡੇ ਭਾਈ ਸ਼ਹੀਦ ਮੋਹਰ ਸਿੰਘ ਦੇ ਬੱਚੇ ਸੀ 5 ਤੇ 8 ਸਾਲ ਦੇ, ਉਹਨਾਂ ਨੇ ਸ਼ਰੀਰਾਂ ਨੂੰ ਬੰਬ ਬੰਨ ਕੇ ਇਹਨਾਂ ਦੇ ਟੈਂਕ ਤੋਪ ਢਾਏ ਐ, ਕਿਉਂਕਿ ਹਮਲਾ ਦਰਬਾਰ ਸਾਹਿਬ ਤੇ ਹੋ ਗਿਆ। ਜਿੱਦਣ ਦਰਬਾਰ ਸਾਹਿਬ ਤੇ ਹਮਲਾ ਹੋ ਜਾਂਦਾ ਹੈ, ਨਾ ਤੇ ਉਸ ਵਕਤ ਸਮੇਂ ਦੀ ਸਰਕਾਰ ਇੰਦਰਾ ਗਾਂਧੀ ਜਾਂ ਵੈਦਿਆ, ਇਹ ਖਤਮ ਕਰ ਦਿੱਤੇ ਜਾਂਦੇ ਆ। ਔਰ ਇਤਿਹਾਸ ਹੈ ਸਿੱਖ ਦਾ, ਜਿਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਹ ਮੁਲਕ ਵੀ ਨਹੀਂ ਕਦੀ ਰਿਹਾ, ਉਹ ਹੈ ਹਿੰਦੁਸਤਾਨ। ਇਹ ਹਿੰਦੁਸਤਾਨ ਜਿਹੜਾ ਮੁਲਕ ਹੈ, ਇਹ ਨਕਸ਼ੇ ਤੇ ਨਹੀਂ ਰਹਿਣਾ, ਤੁਹਾਡੇ ਸਾਹਮਣੇ ਹੋਣਾ ਔਰ ਜਲਦੀ ਹੋਣਾ। ਅਸੀਂ ਇਹ ਵੀ ਇਤਲਾਤ ਆ ਰਹੀਆਂ ਨੇ ਕਿ ਕੋਈ ਬਲੈਕਆਊਟ ਕਰਦੇ ਪਏ ਨੇ ਭਾਰਤੀ ਪੰਜਾਬ ਪਾਸੇ ਵੀ, ਦੂਜੇ ਪਾਸੇ ਕੀ ਉਧਰੋਂ ਤੁਹਾਨੂੰ ਕੀ ਇਤਲਾਤ ਮਿਲੀਆਂ ਨੇ? ਕੋਈ ਜੰਗ ਦਾ ਫਿਰ ਇਰਾਦਾ ਹੈ? ਕੀ ਕਹਿਣਾ ਚਾਹੁੰਦਾ ਮੋਦੀ ਆਪਣੇ ਇਸ ਜੰਗੀ ਜਨੂਨ ਨੂੰ ਲੈ ਕੇ? ਦੇਖੋ, ਜੰਗ ਜਿਹੜੀ ਹੈ ਆਪਾਂ ਪਹਿਲਾਂ ਵੀ ਡਿਸਕਸ਼ਨ ਕਰ ਚੁੱਕੇ ਹਾਂ। ਇਹ ਤਾਂ ਹੁਣ ਦੇਖੋ ਇੰਟੈਲੀਜੈਂਸ ਜਾਂ ਭਾਰਤ ਦੇ ਤੋਂ ਪਤਾ ਲੱਗੇਗਾ ਜਾਂ ਪਾਕਿਸਤਾਨ ਤੋਂ ਪਤਾ ਲੱਗੇਗਾ, ਪਰ ਜਿਹੜੀਆਂ ਖਬਰਾਂ ਆ ਰਹੀਆਂ ਉਹ ਇਹ ਹੈ ਕਿ ਜੰਮੂ ਕਸ਼ਮੀਰ ਤੇ ਗੁਜਰਾਤ ਦੇ ਵਿੱਚ, ਜਿੱਥੇ ਗੁਜਰਾਤ 'ਚ ਪਹਿਲੋਂ ਨਹੀਂ ਹੋਇਆ, ਹੁਣ ਗੁਜਰਾਤ ਦੇ ਅਗਲੇ ਪਾਸੇ ਕਰਾਚੀ ਪੈਂਦਾ, ਕਿਉਂਕਿ ਮੇਰੀ ਜਿਓਗ੍ਰਾਫੀ ਇੰਨੀ ਵਧੀਆ ਨਹੀਂ ਗੀ, ਕਿਹੜਾ ਹਿੱਸਾ ਤੁਹਾਡਾ ਪੈਂਦਾ, ਕਿਹੜੀਆਂ ਤੁਹਾਡੀਆਂ ਉੱਥੇ ਇੰਸਟਾਲੇਸ਼ਨਸ ਆ, ਪਹਿਲਾਂ ਉੱਥੇ ਅਟੈਕ ਹੋਏ ਹੈ ਕਿ ਨਹੀਂ ਹੋਏ, ਉਹ ਹੁਣ ਜੰਮੂ ਕਸ਼ਮੀਰ ਤੇ ਗੁਜਰਾਤ ਦੇ ਵਿੱਚ ਕਰਦੇ ਪਏ ਆ। ਫਿਰ ਉਹਨਾਂ ਨੇ ਰਾਜਸਥਾਨ ਤੇ ਪੰਜਾਬ ਦੇ ਵਿੱਚ ਦੁਬਾਰਾ ਜਿਹੜੀ ਇਹ ਵਾਰ ਡਰਿਲ ਤੇ ਵਾਰ ਮੌਕ ਕਹਿੰਦੇ ਆ, ਉਹ ਦੁਬਾਰਾ ਸ਼ੁਰੂ ਕੀਤੀ ਹੋਈ ਹੈ ਔਰ ਇਸ ਵੀਕ ਦੇ ਵਿੱਚ ਹੁੰਦੀ ਪਈ ਹੈ। ਹੁਣ ਇਸ ਦੇ ਪਿੱਛੇ ਕੀ ਉਹਨਾਂ ਦੀ ਮਨਸ਼ਾ ਹੈ, ਇਹ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਉਹਨਾਂ ਨੇ ਪਾਕਿਸਤਾਨ ਦੀ ਹੋਂਦ ਨੂੰ, ਹਿੰਦੁਸਤਾਨ ਤੋਂ ਖਤਰਾ ਹੈ। ਔਰ ਇੱਕ ਜਿਹੜੀ ਬੜੀ ਅਹਿਮ ਗੱਲ ਮੈਂ ਤੁਹਾਨੂੰ ਦੱਸਣੀ ਹੈ, ਯੂਐਸ ਡਿਫੈਂਸ ਨੈਸ਼ਨਲ ਇਨਵੈਸਟੀਗੇਟਿੰਗ ਜਿਹੜੀ ਏਜੰਸੀ ਹੈ, ਯੂਐਸ ਡਿਫੈਂਸ ਏਜੰਸੀ, ਉਹਨਾਂ ਨੇ 5 ਦਿਨ ਪਹਿਲਾਂ ਇੱਕ ਰਿਪੋਰਟ ਤਿਆਰ ਕੀਤੀ ਹੈ। ਰਿਪੋਰਟ ਦੇ ਵਿੱਚ ਖੁੱਲ੍ਹੇਆਮ ਲਿਖਿਆ ਹੋਇਆ, ਜੇ ਹੁਣ ਆਪਾਂ ਅੱਖਾਂ ਮੀਚਣੀਆਂ ਪਾਕਿਸਤਾਨ ਨੇ, ਉਹਨਾਂ ਦੀ ਮਰਜ਼ੀ ਹੈ। ਰਿਪੋਰਟ 'ਚ ਲਿਖਿਆ ਹੈ ਕਿ ਇੰਡੀਆ ਜਿਹੜਾ ਹੈ ਐਗਜ਼ਿਸਟੈਂਸ਼ੀਅਲ ਥ੍ਰੈਟ, ਜਿਹੜਾ ਮੈਂ ਤੁਹਾਨੂੰ ਅਪ੍ਰੈਲ ਤੋਂ ਦੱਸਦਾ ਪਿਆ ਕਿ ਪਾਕਿਸਤਾਨ ਦੀ ਹੋਂਦ ਨੂੰ, ਪਾਕਿਸਤਾਨ ਐਜ਼ ਏ ਮੁਲਕ ਨੂੰ, ਪਾਕਿਸਤਾਨ ਐਜ਼ ਏ ਨਕਸ਼ੇ ਨੂੰ, ਪਾਕ ਜਗ੍ਹਾ ਦੀ ਹੋਂਦ ਨੂੰ ਹਿੰਦੁਸਤਾਨ ਤੋਂ ਖਤਰਾ ਹੈ। ਇਹੀ ਗੱਲ 5 ਦਿਨ ਪਹਿਲਾਂ ਯੂਐਸ ਡਿਫੈਂਸ ਜਿਹੜੀ ਨੈਸ਼ਨਲ ਏਜੰਸੀ ਹੈ, ਉਹਨੇ ਲਿਖ ਕੇ ਕੱਢੀ, ਉਹ ਮੈਂ ਤੁਹਾਨੂੰ ਭੇਜ ਦਿਆਂਗਾ। ਸੋ ਖਤਰਾ ਨਾ ਇਹ ਟਲਿਆ ਨਾ ਟਲਣਾ। ਬਲੋਚਿਸਤਾਨ 'ਚ ਬੱਚੇ ਮਾਰਦੇ ਨੇ ਛੋਟੇ ਛੋਟੇ,
ਬੱਚੀਆਂ ਦੇ ਉੱਤੇ ਹਮਲਾ ਕਰ ਦੇਣਾ, ਉਹਨਾਂ ਦਾ ਖੂਨ ਚੀਖ ਚੀਖ ਕੇ ਕਹਿ ਰਿਹਾ ਵੀ ਸਾਡਾ ਖੂਨ ਹਿੰਦੁਸਤਾਨ ਨੇ ਕੀਤਾ, ਹਿੰਦੁਸਤਾਨ ਨੇ ਕੀਤਾ, ਹਿੰਦੁਸਤਾਨ ਨੇ ਕੀਤਾ। ਬਿਲਕੁਲ ਸਹੀ ਕਹਿ ਰਹੇ ਹੋ। ਤੇ ਹੁਣ ਇਸ ਸੂਰਤ-ਹਾਲ 'ਚ ਤੁਸੀਂ 6 ਜੂਨ ਨੂੰ ਵੀ ਕੁਛ ਭਾਰਤੀ ਪੰਜਾਬ ਵੱਲ ਐਕਟੀਵਿਟੀ ਹੋ ਰਹੀ ਹੈ ਕਿ ਉਹ ਇਹ ਸ਼ਹਾਦਤ ਪੰਜਾਬ ਨੂੰ 6 ਤਰੀਕ ਨੂੰ 41ਵੇਂ ਵਰ੍ਹੇ ਤੇ ਅਸੀਂ ਬਹੁਤ ਵੱਡੇ ਪੱਧਰ ਦੇ ਉੱਤੇ ਮੁਹਿੰਮ ਚਲਾਈ ਹੋਈ ਹੈ। ਸਭ ਤੋਂ ਪਹਿਲਾਂ ਹੈ ਆਦਮਪੁਰ 에ਅਰ ਬੇਸ, ਉਹਨਾਂ ਦਾ ਸਾਡੇ ਨਿਸ਼ਾਨੇ ਤੇ। ਫਿਰ ਹੈਗਾ ਪਠਾਨਕੋਟ, ਬਠਿੰਡਾ, ਅੰਬਾਲਾ ਤੇ ਇਹਨਾਂ ਦੇ ਸਾਰੇ ਆਰਮੀ ਕੈਂਟਸ ਪੰਜਾਬ ਦੇ। ਅਸੀਂ 1 ਤਰੀਕ ਤੋਂ ਲੈ ਕੇ 6 ਤਰੀਕ ਤੱਕ ਪੂਰੀ ਮੁਹਿੰਮ ਚਲਾਈ ਹੋਈ ਹੈ ਪੰਜਾਬ ਦੇ ਨੌਜਵਾਨਾਂ 'ਚ ਕਿ ਇਹਨਾਂ ਦਾ ਪਾਣੀ ਤੇ ਬਿਜਲੀ ਬੰਦ ਕਰ ਦੇਣਾ। ਇਹਨਾਂ ਦੇ ਇੱਥੋਂ ਸਾਜੋ ਸਮਾਨ ਜਿਹੜੇ ਇਹਨਾਂ ਨੇ ਹਥਿਆਰ ਰੱਖੇ ਹੋਏ ਹੈ, ਜੇ ਕੋਈ ਅਨਸੁਖਾਵੀ ਘਟਨਾ ਹੁੰਦੀ ਆ ਉਹ ਨਰਿੰਦਰ ਮੋਦੀ ਤੇ ਹਿੰਦੁਸਤਾਨ ਜਾਣੇਗਾ। ਅਸੀਂ ਇਹਨਾਂ ਦੇ ਬੇਸ ਜਿਹੜੇ ਆ ਉੱਥੋਂ ਚੁਕਾ ਦੇਣੇ ਆ। ਜੇ ਉਹ ਇਸ ਜੂਨ ਨੂੰ ਨਾ ਚੱਕੇ ਗਏ ਤੇ ਇਹ ਤੁਹਾਨੂੰ ਮੈਂ ਦੱਸ ਸਕਦਾ ਕਿ ਉਹ 300 ਦਿਨਾਂ 'ਚ ਚੱਕੇ ਜਾਣਗੇ, ਕਿਉਂਕਿ ਜਿਸ ਚੀਜ਼ ਦੇ ਪਿੱਛੇ ਅਸੀਂ ਪੈ ਜਾਈਏ ਅਸੀਂ ਉਹ ਰਹਿਣ ਨਹੀਂ ਦਿੱਤੀ, ਨਾ ਹਕੂਮਤ ਚਲਾਉਣ ਵਾਲੇ ਤੇ ਨਾ ਉਹ ਦੇਸ਼। ਇਹ ਸਾਰੀ ਜੰਗ ਦੇ ਮਾਹੌਲ ਵਿੱਚ ਵੀ ਪਾਕਿਸਤਾਨ ਨੇ ਜਿੰਨੇ ਵੀ ਸਿੱਖਾਂ ਦੇ ਮੁਕਾਮਾਤ ਨੇ, ਬਲਕਿ ਸਾਡੇ ਮੁਕਾਮਾਤ ਦੇ ਮੁਕੱਦਸ ਮੁਕਾਮਾਤ ਜਿੰਨੇ ਨੇ, ਉਹਨਾਂ ਦੇ ਬਾਰੇ ਬੜੇ ਉਹਨਾਂ ਨੇ ਇੰਤਜ਼ਾਮਾਤ ਵੀ ਕੀਤੇ ਤੇ ਬੜਾ ਉਹਨਾਂ ਦਾ ਉਹ ਖਿਆਲ ਵੀ ਰੱਖ ਰਹੇ ਨੇ। ਤੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੇ ਕਿ ਜਿਹੜੇ ਹੁਣ ਆਪਣੇ ਸਿੱਖ ਯਾਤਰੀ ਆਉਣਾ ਚਾਹੁੰਦੇ ਨੇ, ਉਹਨਾਂ ਬਾਰੇ ਕੀ ਤੁਹਾਡੇ ਕੋਲ ਇਤਲਾਤ ਨੇ? ਕਿੰਨੇ ਕੁ ਲੋਕ ਆਉਣਾ ਚਾਹੁੰਦੇ ਨੇ, ਕੀ ਕਰਨਾ ਚਾਹੁੰਦੇ ਨੇ? ਦੇਖੋ, ਮੈਂ ਉਸ ਵਾਸਤੇ ਪਾਕਿਸਤਾਨ ਦੇ ਫੀਲਡ ਮਾਰਸ਼ਲ ਆਸਿਮ ਮੁਨੀਰ ਹੋਰਾਂ ਦਾ, ਫੌਜ ਦੇ ਜਿਹੜੇ ਸਾਡੇ ਫੌਜੀ ਸੀ, ਉਹਨਾਂ ਨੇ ਵੀ ਧੰਨਵਾਦ ਕੀਤਾ। ਇਹ ਉਹਨਾਂ ਨੇ ਧੰਨਵਾਦ ਕੀਤਾ ਕਿ ਤੁਸੀਂ ਭਾਰਤ ਵੱਲੋਂ ਚਲਾਈਆਂ, ਹਿੰਦੁਸਤਾਨ ਵੱਲੋਂ ਚਲਾਈਆਂ ਮਿਜ਼ਾਈਲਾਂ ਜਿਹੜੀਆਂ ਕਿ ਜਨਮ ਸਥਾਨ ਦੇ ਉੱਤੇ ਉਹਨਾਂ ਨੇ ਮਾਰੀਆਂ ਸੀ, ਉਹ ਤਬਾਹ ਕੀਤੀਆਂ, ਉਹ ਧੰਨਵਾਦ ਕਰਦੇ ਆ। ਦੂਜੇ ਪਾਸੇ ਉਹਨਾਂ ਨੇ ਜਦੋਂ ਭਾਰਤ ਨੇ ਸਿੱਖਾਂ ਨੂੰ ਤੇ ਪਾਕਿਸਤਾਨ ਨੂੰ ਆਪਸ ਦੇ ਵਿੱਚ ਲੜਾਉਣ ਦੀ ਦੁਬਾਰਾ ਕੋਸ਼ਿਸ਼ ਕੀਤੀ ਕਿ ਪਾਕਿਸਤਾਨ ਦੀ ਫੌਜ ਨੇ ਮਿਜ਼ਾਈਲ ਦਰਬਾਰ ਸਾਹਿਬ ਵੱਲ ਲਾਈ ਹੈ, ਤੇ ਉਦੋਂ ਤੁਹਾਡੇ DGISPR ਲੈਫਟੀਨੈਂਟ ਜਨਰਲ ਸ਼ਰੀਫ ਸਾਹਿਬ ਆਏ। ਉਹਨਾਂ ਨੇ ਕਿਹਾ ਵੀ ਇਹ ਕਦੀ ਹੋ ਨਹੀਂ ਸਕਦਾ ਕਿ ਅਸੀਂ ਸਿੱਖ ਦੇ ਧਾਰਮਿਕ ਸਥਾਨ ਦੇ ਉੱਤੇ ਈਵਨ ਮਿਜ਼ਾਈਲ ਕਰ ਦਈਏ। ਉਹਨਾਂ ਨੇ ਤੇ ਵੀ ਕਿਹਾ ਵੀ ਅਸੀਂ ਪੰਜਾਬ ਦੇ ਈਵਨ ਸਿਵਿਲੀਅਨਸ ਇਲਾਕੇ ਵਿੱਚ ਵੀ ਨਹੀਂ ਕਰਾਂਗੇ। ਸੋ ਇਹ ਗੱਲ ਬਹੁਤ ਹੀ ਵੱਡੀ ਹੋਈ ਹੈ ਔਰ 70 ਸਾਲ 'ਚ ਪਹਿਲੀ ਵਾਰੀ ਹੋਈ ਹੈ ਕਿ ਪਾਕਿਸਤਾਨ ਦੀ ਫੌਜ, ਸਰਕਾਰ ਤੇ ਉਹਨਾਂ ਦੇ ਜਿਹੜੇ ਨੁਮਾਇੰਦੇ ਹੈ ਉਹ ਖੁੱਲ ਕੇ ਸਿੱਖ ਦੇ ਨਾਲ ਆਣ ਖੜੇ ਹੈ। ਮਸਲਾ ਇਸ ਵਕਤ ਇਹ ਨਹੀਂਗਾ ਕਿ ਸਿੱਖ ਜਾ ਕੇ ਕਰਤਾਰਪੁਰ ਸਾਹਿਬ ਮੱਥਾ ਟੇਕ ਸਕਦਾ ਹੈ, ਦਰਸ਼ਨ ਕਰ ਸਕਦਾ ਹੈ, ਜਨਮ ਸਥਾਨ ਜਾ ਸਕਦਾ ਹੈ। ਮਸਲਾ ਹੁਣ ਇਹ ਆ ਗਿਆ ਕਿ ਜਿਹੜਾ ਭਾਰਤ ਦੇ ਕਬਜ਼ੇ ਵਾਲਾ ਪੰਜਾਬ ਹੈ, ਕੀ ਪਾਕਿਸਤਾਨ ਦੀ ਫੌਜ, ਸਰਕਾਰ ਆਵਾਮ ਤੱਕ ਖਲੋ ਚੁੱਕੀ ਹੈ? ਕੀ ਸਰਕਾਰ ਇਸ ਦੇ ਉੱਤੇ ਪਹਿਰਾ ਦੇਵੇਗੀ? ਕੀ ਖਾਲਿਸਤਾਨ ਦਾ ਰੈਫਰੈਂਡਮ ਯੂਨਾਈਟਿਡ ਨੇਸ਼ਨਸ ਜਿਹੜੀ ਜਨਰਲ ਅਸੈਂਬਲੀ ਹੈ ਜਾਂ ਸਿਕਿਉਰਿਟੀ ਕੌਂਸਲ ਹੈ, ਕੀ ਉਹਦੇ ਵਿੱਚ ਇੱਕ ਸਿਕਿਉਰਿਟੀ ਕੌਂਸਲ 'ਚ ਖਾਲਿਸਤਾਨ ਰੈਫਰੈਂਡਮ ਦਾ ਮਤਾ ਲੈ ਕੇ ਆਇਆ ਜਾਏਗਾ ਔਰ ਉਹੀ ਮਤਾ ਸਾਡੀ ਜਿਹੜੀ ਦੁਨੀਆ ਦੇ ਵਿੱਚ ਆਜ਼ਾਦੀ ਦਾ ਰਾਹ ਖੋਲ ਦੇਗਾ? ਬਿਲਕੁਲ ਇੱਕ ਬੜੀ ਇੰਪੋਰਟੈਂਟ ਗੱਲ ਕੀਤੀ, ਬਲਕਿ ਸਾਡੀ ਪ੍ਰਾਈਮ ਮਿਨਿਸਟਰ ਦੇ ਨਾਲ ਵੀ ਤੇ ਆਰਮੀ ਚੀਫ ਨਾਲ ਵੀ ਇੱਕ ਸਲਾਹ ਹੈ ਕਿ ਆਪਣੇ SFJ ਦਾ ਜਿਹੜਾ ਰੈਫਰੈਂਡਮ ਹੋ ਰਿਹਾ, ਬੜਾ ਪੁਰਅਮਨ ਰੈਫਰੈਂਡਮ ਹੁੰਦਾ। ਮੈਂ ਅਟੈਂਡ ਕੀਤੇ ਨੇ 6 ਰੈਫਰੈਂਡਮ, ਤੁਹਾਨੂੰ ਪਤਾ, ਅਟੈਂਡ ਕੀਤੇ ਨੇ। ਤੇ ਲੱਖਾਂ ਸਿੱਖ ਨੌਜਵਾਨ, ਬੀਬੀਆਂ, ਮਾਵਾਂ, ਭੈਣਾਂ ਸਾਡੀਆਂ, ਬੱਚੇ ਜਿਸ ਤਰ੍ਹਾਂ ਉੱਥੇ ਆਉਂਦੇ ਨੇ, ਉਹ ਤੜਪ ਵੇਖਣ ਵਾਲੀ ਹੁੰਦੀ ਹੈ। ਤੇ ਸਾਰਾ ਦਿਨ ਲਾਈਨਾਂ ਲੱਗੀਆਂ ਹੁੰਦੀਆਂ ਨੇ। ਤੇ ਹਕੀਕੀ ਆਜ਼ਾਦੀ ਜਿਹੜੀ ਹੈ ਨਾ, ਉਹ ਖਾਲਿਸਤਾਨ ਲਈ ਬੜੀ ਜ਼ਰੂਰੀ ਹੈ ਤੇ ਪਾਕਿਸਤਾਨ ਹੁਕੂਮਤ ਨੂੰ ਵੀ ਇਹਨਾਂ ਨੂੰ ਦੇਣਾ ਚਾਹੀਦਾ ਹੈ ਇੱਕ ਪਲੇਟਫਾਰਮ ਕਿ UN ਦੇ ਵਿੱਚ ਜਾ ਕੇ ਆਪਣਾ ਇਹ ਖਿਤਾਬ ਕਰ ਸਕਣ ਤੇ ਆਪਣੀ ਆਜ਼ਾਦੀ ਦੀ ਜੰਗ ਲੜ ਸਕਣ। ਭਾਰਤ ਨੇ ਤੇ ਉੱਥੇ ਹੀ ਅੱਧਿਆ ਮਰ ਜਾਣਾ ਜਿਸ ਦਿਨ ਇਹ ਕੰਮ ਹੋਏਗਾ। ਇਹ ਬੜੀ ਇੰਪੋਰਟੈਂਟ ਗੱਲ ਕੀਤੀ ਹੈ ਤੁਸੀਂ। ਉਹਦੇ 'ਚ ਅਸਰ ਸਾਹਿਬ ਇਹ ਹੈ ਕਿ ਇੱਕ ਗੱਲ ਜਿਹੜੀ ਸਮਝਣੀ ਪੈਣੀ ਹੈ ਪੰਥ ਨੂੰ ਵੀ ਜਾਂ ਪਾਕਿਸਤਾਨ ਨੂੰ ਵੀ, ਜੇ ਉਹਨਾਂ ਨੂੰ ਲੱਗਦਾ ਕਿ ਪੰਜਾਬ ਦੀ ਗੱਲ ਕੀਤਿਆਂ ਉਹਨਾਂ ਵਾਸਤੇ ਕੋਈ ਬਲੋਚਿਸਤਾਨ ਵਾਸਤੇ ਆ ਜਾਊਗਾ, ਇਹ ਬਿਲਕੁਲ ਨਹੀਂ ਏਦਾਂ ਹੋਣਾ। ਕਿਉਂਕਿ ਨਾ ਤੇ ਪਾਕਿਸਤਾਨ ਹੋਂਦ ਵਿੱਚ ਸੀਗਾ, ਨਾ ਇੰਡੀਆ ਹੋਂਦ ਵਿੱਚ ਸੀ, ਨਾ ਹਿੰਦੁਸਤਾਨ 'ਚ ਸੀ। ਜੇ ਉਸ ਪਾਸੇ ਕੋਈ ਮੁਲਕ ਹੋਂਦ ਦੇ ਵਿੱਚ ਸੀ, ਇੰਡੀਪੈਂਡੈਂਟ ਕੰਟਰੀ, ਉਹ ਸੀਗਾ ਸਿਰਫ ਤੇ ਸਿਰਫ ਪੰਜਾਬ। ਚਾਹੇ ਉਹਦੀਆਂ ਬਾਉਂਡਰੀਆਂ ਕੋਈ ਵੀ ਸੀਗੀਆਂ ਉਦੋਂ। 1947 ਤੋਂ ਬਾਅਦ ਸਿੱਖ ਪੰਥ ਨੇ ਆਪਣੀ ਗੱਲ ਇਹ ਮੰਨ ਲਈ ਕਿ ਅਸੀਂ ਹੁਣ ਇਹ ਜਿਹੜਾ ਹਿੱਸਾ ਹੈ ਪੰਜਾਬ ਦਾ, ਜਿਹੜਾ ਉਸ ਵਕਤ ਹਿੰਦੁਸਤਾਨ ਦੇ ਵਿੱਚ ਰਹਿ ਗਿਆ, ਵੀ ਅਸੀਂ ਇਹਨੂੰ ਆਪਣਾ ਮੁਲਕ ਮੰਨਦੇ ਹਾਂ। ਉਹਦੇ ਵਿੱਚ ਪੰਜਾਬ ਜਿਹੜਾ ਭਾਰਤੀ ਕਬਜ਼ੇ ਵਾਲਾ ਆਉਂਦਾ ਹੈ, ਉਸ ਵਿੱਚ ਹਿਮਾਚਲ ਪ੍ਰਦੇਸ਼ ਭਾਰਤੀ ਕਬਜ਼ੇ ਵਾਲਾ ਆਉਂਦਾ ਹੈ, ਉਸ ਵਿੱਚ ਹਰਿਆਣਾ ਭਾਰਤੀ ਕਬਜ਼ੇ ਵਾਲਾ ਆਉਂਦਾ ਹੈ, ਉਸ 'ਚ ਰਾਜਸਥਾਨ ਦੇ ਹਿੱਸੇ ਆਉਂਦੇ ਹੈ, ਉਸ 'ਚ UP ਦੇ ਹਿੱਸੇ ਆਉਂਦੇ ਹੈ, ਉਸ 'ਚ ਰਾਜਸਥਾਨ ਦੇ ਆਉਂਦੇ ਹੈ। ਇਸ ਤੋਂ ਵੱਧ ਸਾਡਾ ਜਿਹੜਾ ਪੰਜਾਬ ਆਜ਼ਾਦ ਜਿਹੜਾ ਅਸੀਂ ਮੰਗਦੇ ਹਾਂ ਉਹ ਨਹੀਂ ਹੋਏਗਾ। ਪਾਕਿਸਤਾਨ ਨੂੰ ਇਹ ਗੱਲ ਮੰਨਣੀ ਪੈਣੀ ਹੈ
ਕਿ ਪਾਕਿਸਤਾਨ ਦੀ ਹੋਂਦ ਵਾਸਤੇ ਖਾਲਿਸਤਾਨ ਬਣਨਾ ਜ਼ਰੂਰੀ ਹੈ। ਜਦੋਂ ਲੋਕ ਕਹਿੰਦੇ ਆ ਜੀ ਇਹ ਬਫਰ ਸਟੇਟ, ਭਾਜੀ ਬਫਰ ਸਟੇਟ ਉਹ ਹੁੰਦੀ ਹੈ ਜਿਹੜੀ ਤੁਸੀਂ ਮਿੰਨਤਾਂ ਕਰਕੇ ਤੇ ਮੰਗ ਕੇ ਲਈ ਹੋਈ ਜਾਏ। ਆ ਇੰਡੀਆ ਪਾਕਿਸਤਾਨ ਨਾਲ ਨਾ ਲੜੇ, ਸਾਨੂੰ ਕੀ ਲੈਣਾ ਦੇਣਾ? ਜੇ ਲੜਨਾ ਹੈ ਤੇ ਹਿੰਦੁਸਤਾਨ ਲੜ ਕੇ ਵੇਖ ਲੇ, ਅਸੀਂ ਖੜੇ ਆ ਪਾਕਿਸਤਾਨ ਦੇ ਨਾਲ, ਉਹਦੀ ਹਵਾ ਵੱਲ ਨਹੀਂ ਕੋਈ ਵੇਖ ਸਕਦਾ। ਪਰ ਬਫਰ ਸਟੇਟ ਦਾ ਕੰਸੈਪਟ ਇੰਡੀਆ ਦਾ ਹੈ, ਇੰਡੀਅਨਸ ਦਾ ਹੈ, ਤੇ ਇਹ ਲਫ਼ਜ਼ ਹਮੇਸ਼ਾ ਹੀ ਤੁਹਾਡੀ ਜਿਹੜੀ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਹੈ, ਜਿਹੜਾ ਤੁਹਾਡਾ ਇੱਕ ਦਾਵਾ ਹੈ ਕਿ ਇਹ ਸਾਡਾ ਮੁਲਕ ਸੀ, ਉਸ ਨੂੰ ਉਹ ਲੋਅਰ ਕਰਦਾ ਹੈ, ਉਸ ਨੂੰ ਇਹ ਘਟਾਉਂਦਾ ਹੈ ਤੇ ਆਜ਼ਾਦੀ ਵੱਲ ਨਹੀਂ ਲੈ ਕੇ ਜਾਂਦਾ। ਪਾਕਿਸਤਾਨ ਦੀ ਸਰਕਾਰ ਨੂੰ ਇਹ ਸਮਝਣਾ ਪੈਣਾ ਹੈ ਕਿ ਦੁਨੀਆ ਵਿੱਚ ਕਾਨੂੰਨ ਬਣੇ ਹੋਏ ਹੈ, ਔਰ ਹਿੰਦੁਸਤਾਨ ਜਿਹੜਾ ਹੈ ਉਹ ਯੂਨੀਅਨ ਆਫ ਸਟੇਟਸ ਹੈ, ਉਹ ਕੋਈ ਕੰਟਰੀ ਨਹੀਂ ਗਾ, ਕੋਈ ਕੰਟਰੀ ਨਹੀਂ ਗਾ, ਕੋਈ ਉਹਦੇ ਕੋਲ ਨਹੀਂ ਸੀ ਉਸ ਵਕਤ ਪਹਿਲਾਂ ਬਾਉਂਡਰੀਜ਼। ਇਹ ਬਾਉਂਡਰੀਜ਼ 47 ਚ ਬਣੀਆਂ। ਇਹ ਬਾਉਂਡਰੀ ਜਿਹੜੀਆਂ ਇਹ ਨਕਲੀ ਹੁੰਦੀਆਂ ਹੈ, ਕਿਸੇ ਵੀ ਗੀਤਾ ਦੇ ਵਿੱਚ ਨਹੀਂ ਲਿਖਿਆ ਹੋਇਆ, ਕਿਸੇ ਬਾਈਬਲ ਚ ਨਹੀਂ ਲਿਖਿਆ ਹੋਇਆ, ਕਿਸੇ ਇਹਨਾਂ ਦੀ ਰਮਾਇਣ ਦੇ ਕਿਸੇ ਪੰਨੇ ਤੇ ਨਹੀਂ ਲਿਖਿਆ ਕਿ ਹਿੰਦੁਸਤਾਨ ਜਾਂ ਭਾਰਤ ਨੂੰ ਕੋਈ ਤੋੜ ਨਹੀਂ ਸਕਦਾ। ਅਸੀਂ ਖੁੱਲ੍ਹੇਆਮ ਚੈਲੰਜ ਕਰਦੇ ਹਾਂ ਕਿ ਅਸੀਂ ਤੋੜਾਂਗੇ ਹਿੰਦੁਸਤਾਨ ਨੂੰ, ਅਸੀਂ ਤੋੜਾਂਗੇ ਹਿੰਦੁਸਤਾਨ ਦੇ ਸਿਸਟਮ ਨੂੰ, ਅਸੀਂ ਨਹੀਂ ਮੰਨਦੇ ਇਹਨਾਂ ਦੇ ਸੰਵਿਧਾਨ ਨੂੰ, ਨਹੀਂ ਮੰਨਦੇ ਕਾਨੂੰਨ ਨੂੰ, 9 ਟੁਕੜੇ ਕਰਾਂਗੇ ਔਰ ਦੁਨੀਆ ਵੇਖੇਗੀ ਕਿ ਭਾਰਤ ਦਾ ਨਕਸ਼ਾ, ਹਿੰਦੁਸਤਾਨ ਦਾ ਨਕਸ਼ਾ ਦੁਨੀਆ ਦੇ ਨਕਸ਼ੇ ਤੋਂ ਕਿਵੇਂ ਮਿਟਦਾ। ਬਿਲਕੁਲ ਸਹੀ। ਹੁਣ ਇੱਧਰ ਆਨੇ ਅਮਰੀਕਾ ਵਾਲੇ ਪਾਸੇ, ਅਮਰੀਕਾ ਦੇ ਵਿੱਚ ਇੱਕ ਸੈਕਟਰੀ ਨੇ, ਉਹ ਮਾਰਕੋ ਰੂਬੀਓ ਨੇ ਕੋਈ ਇੱਕ ਕਾਮਾਤ ਜਾਰੀ ਕੀਤੇ ਨੇ। ਉਹ ਦੱਸੋ, ਤੁਹਾਡੀ ਕੰਪੇਨ ਸੀ, ਸੁਣਿਆ ਤੁਸੀਂ ਬੜਾ ਉਹਦੇ ਬਾਰੇ ਚ ਲੌਬਿੰਗ ਕੀਤੀ ਹੈ, ਉਹਦਾ ਕੀ ਹੋਇਆ? ਸਾਡਾ ਉਹਦੇ ਚ ਇਦਾਂ ਹੋਇਆ ਜੀ, ਜਦੋਂ ਦਾ ਪ੍ਰੈਜ਼ੀਡੈਂਟ ਟਰੰਪ ਬਣਿਆ ਦੂਸਰੀ ਟਰਮ ਤੇ ਸਾਡੇ ਜਿੰਨੇ ਵੀ ਸਾਥੀ ਹੈ ਉਹਨਾਂ ਦੇ ਰਿਪਬਲਿਕਨ ਪਾਰਟੀ ਦੀ ਉਹ ਬੇਸਿਕਲੀ ਤੁਸੀਂ ਸਮਝ ਲਓ ਕਿ ਰੀੜ੍ਹ ਦੀ ਹੱਡੀ ਹੈਗੇ ਆ। ਪਰ ਰੀੜ੍ਹ ਦੀ ਹੱਡੀ ਹੋਣ ਦੇ ਬਾਵਜੂਦ ਵੀ ਤੁਸੀਂ ਇੱਥੇ ਪਾਲਿਸੀ ਨੂੰ ਇਨਫਲੂਐਂਸ ਇਦਾਂ ਨਹੀਂ ਕਰ ਸਕਦੇ ਕਿ ਜੇ ਤੁਸੀਂ ਕਿਸੇ ਨੂੰ ਕਹੋਗੇ ਤੇ ਕੋਈ ਕੰਮ ਹੋ ਜਾਏਗਾ। ਤੁਹਾਨੂੰ ਕਾਨੂੰਨੀ ਤੌਰ ਤੇ ਆਪਣਾ ਕੇਸ ਜਿਹੜਾ ਹੈ ਕਲੇਮ ਪ੍ਰੈਜ਼ੈਂਟ ਕਰਨਾ ਪੈਂਦਾ। ਅਸੀਂ ਫਰਵਰੀ ਤੋਂ ਲੈ ਕੇ ਇਹਦੇ ਤੇ ਲੱਗੇ ਹੋਏ ਆ ਕਿ ਹਿੰਦੁਸਤਾਨ ਦੇ ਰਾਹ ਦੇ ਆਫੀਸ਼ੀਅਲਸ, ਹਿੰਦੁਸਤਾਨ ਦੇ NSA, ਹਿੰਦੁਸਤਾਨ ਦੇ ਜਿਹੜੇ ਮਿਸ਼ਨਸ ਹੈ, ਇਹਨਾਂ ਚੋਂ ਅਮਰੀਕਨ ਸਿੱਖਸ ਤੇ ਸਪੈਸੀਫਿਕਲੀ ਖਾਲਿਸਤਾਨ ਰੈਫਰੈਂਡਮ ਦੇ ਜਿਹੜੇ ਨੁਮਾਇੰਦੇ ਹੈ, ਉਹਨਾਂ ਨੂੰ ਮਾਰਨ ਦੀਆਂ ਇੱਥੋਂ ਪਲਾਨਾਂ ਬਣੀਆਂ ਤੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਹੜੇ ਨੁਮਾਇੰਦੇ ਪਿੱਛੋਂ ਇਹਨਾਂ ਦੇ ਆਉਂਦੇ ਆ, ਉਹ ਅਮਰੀਕਾ ਦਾ ਕਾਨੂੰਨ ਹੈ ਕਿ ਉਹ ਇੱਥੇ ਨਹੀਂ ਆਣੇ ਚਾਹੀਦੇ। ਸੋ ਉਹ ਲਾਬਿੰਗ ਸਾਡਾ ਇੱਕ ਪਾਰਟ ਬਣਿਆ ਹੈ, ਕਾਨੂੰਨ ਪਹਿਲਾਂ ਦਾ। ਅੱਜ ਸੈਕਟਰੀ ਰੂਬੀਓ ਨੇ ਇਹ ਪਾਲਿਸੀ ਜਿਹੜੀ ਹੈਗੀ ਹੈ ਵੀਜ਼ਾ ਬੈਨ ਪਾਲਿਸੀ, ਉਹਦੇ ਤੇ ਉਹਨਾਂ ਨੇ ਜਵਾਬ ਦੇ ਕੇ ਇਹ ਕਹਿ ਦਿੱਤਾ ਕਿ ਜਿਹੜੀਆਂ ਬਾਹਰ ਦੀਆਂ ਮੁਲਕ ਦੀਆਂ ਸਰਕਾਰਾਂ ਦੇ ਆਫੀਸ਼ੀਅਲਸ ਤੇ ਇੰਡੀਵਿਜੂਅਲਸ ਜਿਹੜੇ ਸਾਡੇ ਅਮਰੀਕਨਸ ਦੀ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਤੇ ਰੋਕ ਲਾਉਂਦੇ ਆ, ਜਿੱਦਾਂ ਸਾਡੇ ਤੇ ਲੱਗਦੀ ਹੈ, ਜਾਂ ਉਹਨਾਂ ਨੂੰ ਤੰਗ ਕਰਦੇ ਆ ਜਾਂ ਉਹਨਾਂ ਦੇ ਤੇ ਕੇਸ ਪਾਉਂਦੇ ਆ। ਮੇਰੇ ਤੇ 100 ਇਹਨਾਂ ਨੇ ਦੇਸ਼ ਧਰੋਹ ਦਾ ਕੇਸ ਅਮਰੀਕਾ 'ਚ ਬੈਠੇ ਹੋਏ ਤੇ ਪਾਇਆ, ਤੇ ਅੱਤਵਾਦ ਦਾ 5 ਲੱਖ ਇਹਨਾਂ ਨੇ ਇਨਾਮ ਰੱਖਿਆ ਹੋਇਆ। ਸਪੈਸੀਫਿਕਲੀ ਹੁਣ ਪਾਕਿਸਤਾਨ ਦਾ ਜਦੋਂ ਸਾਥ ਦਿੱਤਾ ਤੇ ਉਹ ਵੱਧ ਗਿਆ ਵੀ ਇਹਨੂੰ ਕਿੰਨੀ ਜਲਦੀ ਮਾਰਿਆ ਜਾਏ ਤਾਂ ਕਿ ਜਿਹੜੀ ਫੌਜੀ ਹੈ ਉਹ ਸਾਡੇ ਨਾਲ ਰਲਣ। ਸੋ ਸੈਕਟਰੀ ਰੂਬੀਓ ਨੇ ਅੱਜ ਖੁੱਲ੍ਹੇਆਮ ਕਹਿਤਾ ਕਿ ਉਹ ਆਫੀਸ਼ੀਅਲਸ ਸਾਰੇ ਜਿਹੜੇ ਆ ਉਹ ਅਮਰੀਕਾ ਚੋਂ ਆਉਣ ਤੋਂ ਰੋਕ ਦਿੱਤੇ ਜਾਣਗੇ। ਉਹ ਸਭ ਤੋਂ ਜਿਹੜੇ ਰੋਕੇ ਜਾਣਗੇ ਜਿਨ੍ਹਾਂ ਤੇ ਇਹ ਕਾਨੂੰਨ ਲਾਗੂ ਹੋ ਸਕਦਾ, ਉਹ ਹੈਗਾ NSA ਅਜੀਤ ਡੋਵਲ, ਇਹਨਾਂ ਦੇ ਰॉ ਆਫੀਸ਼ੀਅਲ ਸਮੰਤ ਗੋਇਲ, ਤਰਨਜੀਤ ਸੰਧੂ ਜਿਹੜਾ ਇੱਥੇ ਅੰਬੈਸਡਰ ਸੀ, ਉਸਨੇ ਮੇਰੀ ਇਨਫੋਰਮੇਸ਼ਨ ਟਰੈਕ ਕਰਕੇ ਲੌਜਿਸਟਿਕਸ ਤੇ ਜਿਹੜੀ ਇਨਫੋਰਮੇਸ਼ਨ ਹੈ ਉਹ ਸਾਰੇ ਅਸੈਸ਼ਨਸ ਜਿਹੜੇ ਫੜੇ ਗਏ ਆ ਉਹਨਾਂ ਨੂੰ ਦਿੱਤੀ ਸੀ ਵੀ ਮੈਂ ਕਦੋਂ ਕਿਹੜੇ ਵਕਤ ਜਾਣਾ, ਕਿਹੜੇ ਵਕਤ ਆਫਿਸ ਜਾਣਾ, ਕਿਹੜੇ ਵਕਤ ਜਿਮ ਜਾਂਦਾ, ਕਿੱਥੇ ਮੈਂ ਰੋਟੀ ਖਾਣਾ, ਉਹ ਸਾਰਾ ਟਰੈਕ ਕਰਕੇ ਇਹਨਾਂ ਨੇ ਦਿੱਤਾ ਸੀ। ਸੋ ਅੱਜ ਸੈਕਟਰੀ ਰੂਬੀਓ ਨੇ ਉਹ ਜਿਹੜਾ ਵੀਜ਼ਾ ਬੈਨ ਪਾਲਿਸੀ ਹੈ ਉਹ ਆਫੀਸ਼ੀਅਲ ਕਰਤੀ ਹੈ। ਇਸ ਦੇ ਪਿੱਛੇ ਬਹੁਤ ਵੱਡੀ ਲੌਬਿੰਗ ਹੋਈ ਹੈ ਔਰ ਉਹਨਾਂ ਨੂੰ ਐਵੀਡੈਂਸ ਦਿੱਤੀ ਗਈ ਹੈ ਔਰ ਆਉਣ ਵਾਲੇ ਸਮੇਂ 'ਚ ਹੋਰ ਦੇਵਾਂਗੇ। ਤੇ ਇਹਦੇ ਬਾਅਦ ਹੁਣ ਤੁਸੀਂ ਸਮਝਦੇ ਹੋ ਕਿ ਇੰਡੀਅਨ ਜਿਹੜੇ ਆਫੀਸ਼ੀਅਲਸ ਨੇ ਜਿਨ੍ਹਾਂ ਦਾ ਨਾਮ ਲਿਆ ਉਹਨਾਂ ਤੇ ਪਾਬੰਦੀ ਲੱਗ ਜਾਏਗੀ? ਲੱਗ ਸਕਦੀ ਹੈ, ਕਿਉਂਕਿ ਜਿਹੜੇ ਜਦੋਂ ਕਾਨੂੰਨ ਬਣ ਗਿਆ ਤੇ ਉਸ ਕਾਨੂੰਨ ਦੀ ਜਿਹੜੀ ਡੈਫੀਨੇਸ਼ਨ ਹੈ ਉਸ ਦੇ ਥੱਲੇ ਅਜੀਤ ਡੋਵਲ ਸਭ ਤੋਂ ਉੱਪਰ ਆਉਂਦਾ। ਰॉ ਆਫੀਸ਼ੀਅਲਸ ਜਿਨ੍ਹਾਂ ਨੂੰ ਇਹ ਆਪ ਇਨਵੈਸਟੀਗੇਟ ਕਰਦੇ ਪਏ ਆ, ਉਹ ਮਿਸ਼ਨਸ ਦੇ ਆਫੀਸਰ ਇੱਥੇ ਜਿਨ੍ਹਾਂ ਨੇ ਆਪਣੀ ਇਮਿਊਨਿਟੀ ਜਿਹੜੀ ਇਹਨਾਂ ਕੋਲ ਹੈਗੀ ਹੈ ਉਹਨੂੰ ਇਹਨਾਂ ਨੇ ਯੂਜ਼ ਕੀਤਾ ਤੇ ਆਪਣੇ ਅਮਰੀਕਨ ਸਿਟੀਜ਼ਨ ਜਿਹੜੇ ਅਸੀਂ ਹੈਗੇ ਆ, ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਜਿਹੜੀ ਅਸੀਂ ਐਕਸਰਸਾਈਜ਼ ਕਰਦੇ ਆ, ਜਿਹੜਾ ਸਾਡਾ ਰਾਈਟ ਹੈ, ਜਦੋਂ ਉਹਦੇ ਉਲਟ ਚੱਲੇ ਆ ਇਹ ਸਾਰੇ ਉਹ ਆਫੀਸ਼ੀਅਲਸ ਆ ਜਿਹੜੇ ਬੈਨ ਹੋ ਸਕਦੇ ਆ ਤੇ ਆਉਣ ਵਾਲੇ ਸਮੇਂ 'ਚ ਅਸੀਂ ਕਰਵਾਵਾਂਗੇ। ਹੁਣ ਇੱਕ ਇੰਡੀਆ ਤੋਂ ਇੱਕ ਸਾਹਿਬ ਆਏ ਹੋਏ ਨੇ ਤੁਹਾਡੇ ਕੋਲ, ਸ਼ਸ਼ੀ ਥਰੂਰ ਸਾਹਿਬ, ਉਹ ਕੀ ਕਹਿੰਦੇ ਪਏ ਨੇ ਇੱਥੇ ਆ ਕੇ? ਉਹ ਤੇ ਅਮਰੀਕਨ ਸਦਰ ਨੂੰ ਹੀ ਪੈ ਗਏ ਨੇ ਆ ਕੇ। ਸ਼ਸ਼ੀ ਥਰੂਰ ਜਿਹੜਾ ਹੈਗਾ ਜੀ, ਉਹਦਾ ਇਤਿਹਾਸ ਜਿਹੜਾ ਹੈ ਬੜਾ ਹੀ ਗ੍ਰੇ ਹੈ।
ਇਸ ਵਕਤ ਤੇ ਉਹ ਭਾਰਤੀ ਤੇ ਹਿੰਦੁਸਤਾਨ ਦੀ ਉਸ ਹਕੂਮਤ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ ਕਿ ਜੀ ਆਪਰੇਸ਼ਨ ਸੰਦੂਰ ਜਿਹੜਾ ਹੈ ਉਹ ਜਸਟੀਫਾਈ ਕਰ ਰਿਹਾ। ਹੁਣ ਦੱਸੋ ਤੁਸੀਂ ਕਿ ਜੰਗ ਦੇ ਵਿੱਚ ਮੁਲਕ ਦੇ ਹਾਰ ਹੋਈ ਹੋਵੇ ਤੇ ਉਹ ਹੁਣ ਜਸਟੀਫਿਕੇਸ਼ਨਾਂ ਕਰਨ ਕਿ ਅਸੀਂ ਅਟੈਕ ਕੀਤਾ ਕਿਉਂ ਸੀ। ਹੁਣ ਅਟੈਕ ਦੇ ਵਿੱਚ ਜਿਹੜਾ ਅਮਰੀਕਾ ਹੈ ਉਹ ਤਾਂ ਹੁਣ ਤੋਰਾ ਬੋਰਾ ਦੀਆਂ ਪਹਾੜੀਆਂ ਦੇ ਵਿੱਚ ਕਿਸੇ ਦਾ ਵਾਲ ਡਿੱਗਿਆ ਹੋਵੇ ਉਹ ਡੀਐਨਏ ਤੋਂ ਲੱਭ ਦਿੰਦਾ ਵੀ ਵਾਲ ਕਿਹਦਾ ਸੀ। ਉਹਨਾਂ ਨੂੰ ਨਹੀਂ ਪਤਾ ਕਿ ਇਹਨਾਂ ਨੇ ਮਸਜਿਦਾਂ 'ਚ ਬੱਚੇ ਮਾਰੇ ਆ, ਛੋਟੀ ਛੋਟੀ ਬੀਬੀਆਂ ਮਾਰੀਆਂ। ਉਹਨਾਂ ਨੂੰ ਇਹ ਕਨਵਿੰਸ ਕਰਨ ਆਏ ਹੈ ਕਿ ਜੀ ਉੱਥੇ ਅੱਤਵਾਦ ਦੇ ਅੱਡੇ ਸੀ। ਹੁਣ ਜੇ ਅੱਤਵਾਦ ਦੇ ਅੱਡੇ ਸੀ ਤੇ ਉਹ ਤੁਸੀਂ ਸ਼ੇਅਰ ਕਿਉਂ ਨਹੀਂ ਕੀਤੇ? ਕਿਉਂ ਨਹੀਂ, ਜਦੋਂ ਪਾਕਿਸਤਾਨ ਕਹਿੰਦਾ ਸੀ ਇਨਵੈਸਟੀਗੇਟ ਕਰੋ, ਕਿਉਂ ਨਹੀਂ ਕੀਤੇ? ਸੋ ਸ਼ਸ਼ੀ ਥਰੂਰ ਜਿਹੜਾ ਹੈਗਾ ਉਹ ਇੱਕ ਪੂੰਛ ਹੁੰਦੀ ਨਾ, ਪੂੰਛ ਇਹਨਾਂ ਦੇ ਲੱਗੀ, ਉਹ ਪੂੰਛ ਹੈਗੀ ਹੈ। ਇਹ ਉਹ ਪੂੰਛ ਹੈ ਜਿਹੜੀ ਕਿ ਸਿਰਫ ਆਪਣੀ ਪਰਸਨੈਲਿਟੀ ਨੂੰ ਦੁਨੀਆ ਵਿੱਚ ਸਾਹਮਣੇ ਲੈ ਕੇ ਆਉਣ ਵਾਸਤੇ, ਜੀ ਮੈਂ ਬਹੁਤ ਵੱਡਾ ਐਨਾਲਿਸਟ ਹਾਂ, ਪਰ ਜਿਸ ਹਕੂਮਤ ਨੂੰ ਉਹ ਰਿਪਰੈਜ਼ੈਂਟ ਕਰਦਾ ਉਹਨਾਂ ਨੇ ਸਿੱਖ ਨਸਲਕੁਸ਼ੀ ਕੀਤੀ ਹੈ ਸਾਡੀ। ਜੂਨ 84 ਦੇ ਹਮਲੇ ਨੂੰ ਇਹ ਜਸਟੀਫਾਈ ਕਰਦਾ, ਨਵੰਬਰ 1984 ਸਿੱਖ ਨਸਲਕੁਸ਼ੀ ਨੂੰ ਇਹ ਜਸਟੀਫਾਈ ਕਰਦਾ। ਸੋ ਇਹਦੇ ਖਿਲਾਫ ਵੀ ਅਸੀਂ ਸੈਕਟਰੀ ਰੂਬੀਓ ਨੂੰ ਤੇ DHS ਨੂੰ ਅਸੀਂ ਚਿੱਠੀ ਭੇਜੀ ਹੋਈ ਹੈ ਕਿ ਇਹ ਵੇਖੋ, ਜੇ ਇਹ ਆਪਣੇ ਪ੍ਰੈਜ਼ੀਡੈਂਟ ਟਰੰਪ ਦੀ ਇੰਟੈਲੈਕਟ ਤੇ ਕੁਐਸਚਨ ਕਰਦਾ, ਜੇ ਸੀਜ਼ ਫਾਇਰ ਤੇ ਕੁਐਸਚਨ ਕਰਦਾ, ਤੇ ਇੱਥੇ ਕੀ ਲੈਣ ਆਇਆ? ਇਹਨੂੰ ਭੇਜੋ ਵਾਪਸ। ਠੀਕ ਹੈ। ਤੇ ਹੁਣ ਮੇਰਾ ਤਾਂ ਆਖਰ ਤੇ ਤੁਹਾਡੇ ਕੋਲੋਂ ਇਹ ਸਵਾਲ ਹੈ ਕਿ ਤੁਹਾਡੇ ਹੁਣ ਜਿਹੜੀ ਤੁਹਾਨੂੰ ਪਾਕਿਸਤਾਨ ਦਾ ਵੀ ਇੱਕ ਡੈਲੀਗੇਸ਼ਨ ਆ ਰਿਹਾ ਹੈ ਅਗਲੇ ਮਹੀਨੇ ਬਿਲਾਵਲ ਭੁੱਟੋ ਸਾਹਿਬ ਦੀ ਸਰਬਰਾਹੀ 'ਚ। ਅਮਰੀਕਾ ਵੀ ਆਏਗਾ, ਲੰਡਨ ਵੀ ਆਏਗਾ। ਕੀ ਤਵੱਕੋ ਰੱਖਦੇ ਹੋ ਤੁਸੀਂ ਉਹਨਾਂ ਤੋਂ? ਦੇਖੋ, ਅਸੀਂ ਡੈਲੀਗੇਸ਼ਨਸ ਤੋਂ ਕੋਈ ਕਿਸੇ ਤੋਂ ਉਮੀਦ ਨਹੀਂ ਰੱਖਦੇ। ਪਹਿਲੀ ਉਮੀਦ ਅਸੀਂ ਗੁਰੂ ਨਾਨਕ ਸਾਹਿਬ ਤੇ ਆਪਣੀ ਅਰਦਾਸ ਤੇ ਰੱਖਦੇ ਹਾਂ। ਜਦੋਂ ਤੁਸੀਂ ਜੰਗ ਲੱਗੀ ਹੈ, ਜਦੋਂ ਤੁਸੀਂ ਜੰਗ ਦੇ ਵਿੱਚ ਇੱਕ ਪੂਰੇ ਪਾਕਿਸਤਾਨ ਦੇ ਆਵਾਮ ਤੇ ਪੂਰੀ ਫੌਜ 'ਚ ਬਗਾਵਤ ਕਰਕੇ ਖਲੋਗੇ ਹੋ, ਇਹ ਹੁਣ ਪਾਕਿਸਤਾਨ ਦੀ ਸਰਕਾਰ ਦੀ ਤੇ ਫੌਜ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਾਡੀ ਜਿਹੜੀ ਮੰਗ ਹੈ ਕਿ ਖਾਲਿਸਤਾਨ ਰੈਫਰੈਂਡਮ ਦਾ ਰੈਜ਼ੋਲੂਸ਼ਨ UN ਸਿਕਿਉਰਿਟੀ ਕਾਉਂਸਲ 'ਚ ਪਾਉਂਦੇ ਹੋ, ਜਨਰਲ ਅਸੈਂਬਲੀ 'ਚ ਲੈ ਕੇ ਜਾਂਦੇ ਹੋ। ਇਸ ਤੋਂ ਵੱਧ ਅਸੀਂ ਕੋਈ ਨਾ ਉਮੀਦ ਰੱਖਦੇ ਹਾਂ। ਇਹ ਜ਼ਰੂਰ ਉਮੀਦ ਰੱਖਦੀ ਹੈ ਪੂਰਾ ਸਿੱਖ ਪੰਥ ਕਿ ਪਾਕਿਸਤਾਨ, ਜਿੱਥੇ ਜਨਮ ਸਥਾਨ ਹੈ ਗੁਰੂ ਨਾਨਕ ਸਾਹਿਬ ਦਾ, ਇੱਕ ਦਿਨ ਸਿੱਖ ਦੀ ਮਦਦ ਕਰੇ ਤੇ ਅਸੀਂ ਪੰਜਾਬ ਜਿਹੜਾ ਇਸ ਵਕਤ ਕਬਜ਼ੇ 'ਚ ਹੈ ਭਾਰਤ ਦੇ, ਉਹਨੂੰ ਆਜ਼ਾਦ ਕਰਵਾਈਏ। ਬਹੁਤ ਸ਼ੁਕਰੀਆ ਤੁਹਾਡੇ ਟਾਈਮ। ਪਾਕਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ। ਬਹੁਤ ਸ਼ੁਕਰੀਆ ਜੀ। ਇਨਸ਼ਾਅੱਲਾ ਤੁਹਾਡੇ ਨਾਲ ਫਿਰ ਅੱਗੇ ਵੀ ਗੱਲ ਜਾਰੀ ਰਹੇਗੀ ਤੇ ਇਨਸ਼ਾਅੱਲਾ ਕੋਸ਼ਿਸ਼ ਕਰਨੇ ਆ ਕਿ ਜਿਹੜਾ ਤੁਹਾਡਾ ਸਿੱਖ ਕਾਜ਼ ਹੈ ਖਾਲਿਸਤਾਨ ਦਾ, ਉਹ ਪੋਜ਼ਿਟਿਵ ਸਾਈਡ ਤੇ ਜਾਏ ਤੇ ਜ਼ਿਆਦਾ ਤੋਂ ਜ਼ਿਆਦਾ ਜਲਦੀ ਤੁਹਾਨੂੰ ਆਜ਼ਾਦੀ ਮਿਲੇ। ਬਹੁਤ ਸ਼ੁਕਰੀਆ।